बिस्मिल्लाहिर्रहमानिर्रहीम ते अस्सलाम वालेकुम। 29 अप्रैल पाकिस्तान ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 151। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਖਬਰ ਤੇ ਦੇਣੀ ਹੈ IPPs ਦੇ ਬਾਰੇ ਕਿ ਕਿੱਡਾ ਵੱਡਾ ਡਾਕਾ ਤੁਹਾਡੇ ਤੇ ਮਾਰਿਆ ਜਾ ਰਿਹਾ ਹੈ ਤੇ ਤੁਹਾਡੇ ਜਿਸਮ ਦੇ ਵਿੱਚੋਂ ਲਹੂ ਦਾ ਇੱਕ ਇੱਕ ਕਤਰਾ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਉਸ ਤੋਂ ਪਹਿਲੇ ਇਹ ਐਲਾਨ ਕਰ ਦਈਏ ਕਿ ਕੱਲ ਵੀ ਅਸੀਂ ਤੁਹਾਡੇ ਸਾਹਮਣੇ ਪਰਸੋਂ ਇੱਕ ਖਬਰ ਰੱਖੀ ਸੀ ਜਿਹੜੀ ਤੁਹਾਨੂੰ ਆਖਿਆ ਸੀ ਵੀ ਬੱਚਿਆਂ ਨਾਲ ਬਹਿ ਕੇ ਨਹੀਂ ਵੇਖਣੀ, ਇਕੱਲਿਆਂ ਵੇਖਣੀ ਹੈ। ਜਿਹੜੀ ਤੁਹਾਨੂੰ ਇਹ ਵੀ ਆਖਿਆ ਸੀ ਕਿ ਫੈਮਿਲੀ ਦੇ ਨਾਲ ਬੈਠੇ ਹੋ ਤੇ ਤਦ ਵੀ ਨਹੀਂ ਵੇਖਣੀ। ਅੱਜ ਵੀ ਇੱਕ ਇਹੋ ਜਿਹੀ ਖਬਰ ਹੈ, ਵੀਲੌਗ ਦੇ ਆਖਰ ਤੇ ਰੱਖਾਂਗੇ, ਫਿਰ ਤੁਹਾਨੂੰ ਚੇਤੇ ਕਰਾਵਾਂਗੇ ਕਿ ਬਈ ਖਬਰ ਇਹੋ ਜਿਹੀ ਹੈ ਕਿ ਵੀ ਇਕੱਲਿਆਂ ਵੇਖਣੀ ਹੈ। ਜੇ ਫੈਮਿਲੀ ਨਾਲ ਬੈਠੇ ਹੋਵੋਗੇ ਤਾਂ ਵੀਲੌਗ ਨੂੰ ਉੱਥੇ ਬੰਦ ਕਰ ਦੇਣਾ। ਹੁਣ ਜ਼ਰਾ ਚਲੀਏ, ਜਿਹੜੀ ਪਹਿਲੀ ਖਬਰ ਹੈ ਅੱਜ ਦੀ, ਉਹ ਇਸਾਰ ਰਾਣਾ ਸਾਹਿਬ ਨੇ ਖਬਰ ਦਿੱਤੀ ਹੈ। ਤੁਹਾਨੂੰ ਪਤਾ ਮੰਨੇ ਪਰਮੰਨੇ ਜਰਨਲਿਸਟ ਨੇ, ਆਪਣਾ ਵੀਲੌਗ ਵੀ ਕਰਦੇ ਨੇ ਤੇ ਤੁਸੀਂ ਬੜੇ ਸ਼ੌਕ ਨਾਲ ਉਹਨਾਂ ਦਾ ਵੀਲੌਗ ਵੀ ਵੇਖਦੇ ਹੋ। ਮੈਂ ਵੇਖਦਾ ਰਹਿਣਾ ਕਮੈਂਟਸ ਉਹਨਾਂ ਦੇ ਵੀਲੌਗ ਦੇ ਥੱਲੇ ਵੀ ਕਈ ਵਾਰੀ ਤੁਹਾਡੇ, ਔਰ ਉਹ ਵੀ ਜ਼ਾਹਿਰ ਹੈ ਇਸ ਵੇਲੇ ਇੱਕ ਸੀਨੀਅਰ ਤਰੀਨ ਜਿਹੜੇ ਚੰਦ ਸਹਾਫੀ ਨੇ ਉਹਨਾਂ ਦੇ ਵਿੱਚੋਂ ਇੱਕ ਰਾਣਾ ਇਸਾਰ ਸਾਹਿਬ ਨੇ ਤੇ ਕੋਸ਼ਿਸ਼ ਕਰਦੇ ਨੇ ਉੱਥੇ ਬਹਿ ਕੇ ਕਲਮਾ ਹੱਕ ਕਹਿਣ ਦੀ ਜਿੰਨੀ ਕਹਿ ਸਕਦੇ। ਸਾਡੀ ਆਬਜ਼ਰਵੇਸ਼ਨ ਹੈ, ਜ਼ਾਹਿਰ ਹੈ। ਉਹ ਇਹ ਦੱਸਦੇ ਨੇ ਕਿ ਸ਼ਰੀਫ ਖਾਨਦਾਨ ਦੇ 28 IPPs ਨੇ, ਮੁਸਲਿਮ ਲੀਗ ਨੂਨ ਦੇ ਦੀਗਰ ਲੀਡਰਾਂ ਦੇ ਵੀ 16 IPP। ਇਹ IPPs ਕੀ ਨੇ ਪਹਿਲਾਂ ਤੇ ਇਹ ਤੁਹਾਨੂੰ ਜਿਹੜੇ ਸਾਡੇ ਪਿੰਡਾਂ 'ਚ ਸੱਜਣ ਬੈਠੇ ਨੇ ਉਹਨਾਂ ਲਈ, ਇਹ ਪ੍ਰਾਈਵੇਟ ਉਹ ਬਿਜਲੀ ਘਰ ਨੇ ਜਿਹੜੇ ਬਿਜਲੀ ਬਣਾਉਂਦੇ ਨੇ, ਜਿਨ੍ਹਾਂ ਨੂੰ ਗਵਰਨਮੈਂਟ ਨੇ ਠੇਕਿਆਂ ਦੇ ਉੱਤੇ ਏਡੀ ਕੁ ਮਹਿੰਗੀ ਬਿਜਲੀ ਜਿਹੜੀ ਹੈ ਉਹ ਬਣਾਉਣ ਲਈ ਠੇਕੇ ਦਿੱਤੇ ਨੇ ਤੇ ਵਿੱਚ ਆਪਣੇ ਵੀ ਲਾਏ ਨੇ ਕਾਰਖਾਨੇ। ਮਤਲਬ ਪੂਰੀ ਦੁਨੀਆ ਦੇ ਵਿੱਚ ਜਿਸ ਵੇਲੇ ਬਿਜਲੀ ਘਰ ਜਿਹੜੇ ਨੇ ਉਹ 8 ਸੈਂਟ ਤੇ ਬਿਜਲੀ ਬਣਾ ਰਹੇ ਸਨ। ਕਿੰਨੇ ਤੇ? 8 ਸੈਂਟ ਤੇ, ਬਲਕਿ ਬਹੁਤ ਸਾਰੀਆਂ ਜਗ੍ਹਾ ਤੇ 6 ਸੈਂਟ ਤੇ ਔਰ 7 ਸੈਂਟ ਤੇ। ਪਾਕਿਸਤਾਨ ਦੇ ਵਿੱਚ 16 ਸੈਂਟ ਜਾਂ 20 ਸੈਂਟ ਦੇ ਉੱਤੇ। ਇਹਨੂੰ ਤੁਸੀਂ ਆਨਿਆਂ 'ਚ ਕਹਿ ਲਓ, ਜਿਸ ਤਰ੍ਹਾਂ ਸਾਡੇ 4 ਆਨੇ, 2 ਆਨੇ, 10 ਆਨੇ ਉਹ ਸੀ ਨਾ, ਉਸੇ ਤਰੀਕੇ ਨਾਲ ਅਮਰੀਕਾ ਦਾ ਜਿਹੜਾ ਡਾਲਰ ਹੁੰਦਾ ਹੈ ਉਹਦੇ ਵਿੱਚ 100 ਸੈਂਟ ਹੁੰਦੇ ਨੇ ਤੇ ਉੱਥੇ 1 ਸੈਂਟ ਜਿਹੜਾ ਉਹਨੂੰ 1 ਪੈਸਾ ਕਹਿ ਲਓ ਤੁਸੀਂ। ਤੇ ਉਹ ਜਿਹੜਾ, ਅਗਰ ਆਨਾ ਨਹੀਂ ਕਹਿਣਾ, ਆਨਾ ਮੇਰਾ ਖਿਆਲ ਨਹੀਂ ਬਣਦਾ, ਆਨਿਆਂ ਦੀ ਗਿਣਤੀ ਹੋਰ ਸੀ, 1 ਪੈਸਾ ਕਹਿ ਲਓ। ਤੇ ਅਗਰ ਦੁਨੀਆ ਦੇ ਵਿੱਚ 6 ਪੈਸੇ ਜਾਂ 7 ਪੈਸੇ ਤੇ ਬਿਜਲੀ ਘਰ ਜਿਹੜੇ ਨੇ ਉਹ ਦੇ ਰਹੇ ਸਨ ਬਿਜਲੀ ਬਣਾ ਕੇ, ਤੇ ਪਾਕਿਸਤਾਨ ਦੇ ਵਿੱਚ ਉਹੀ ਰੇਟ 16 ਤੋਂ 20 ਪੈਸੇ ਦਿੱਤਾ ਗਿਆ। ਇਹੀ ਵਜ੍ਹਾ ਹੈ ਕਿ ਅੱਜ ਜਿਹੜਾ ਪੂਰਾ ਖਿੱਤਾ ਹੈ, ਜਿੱਥੇ ਅਫਗਾਨਿਸਤਾਨ ਹੈ, ਸ੍ਰੀਲੰਕਾ ਹੈ, ਬੰਗਲਾਦੇਸ਼ ਹੈ, ਇੰਡੀਆ ਹੈ, ਪਾਕਿਸਤਾਨ ਹੈ, ਈਰਾਨ ਹੈ, ਇਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਅਸੀਂ ਜਿਹੜੀ ਬਿਜਲੀ ਬਣਾ ਕੇ ਲੋਕਾਂ ਨੂੰ ਵੇਚ ਰਹੇ ਹਾਂ ਉਹ ਡਬਲ ਮਹਿੰਗੀ ਨਹੀਂ, ਟ੍ਰਿਪਲ ਮਹਿੰਗੀ ਨਹੀਂ, 4 ਗੁਣਾ ਨਹੀਂ, ਬਲਕਿ 5 ਗੁਣਾ ਜ਼ਿਆਦਾ ਮਹਿੰਗੀ। ਮਤਲਬ ਕਈ ਮੁਲਕਾਂ ਤੋਂ ਤੇ ਅਸੀਂ ਕੋਈ ਕਮ ਅਜ਼ ਕਮ ਵੀ ਕੋਈ ਸ਼ਾਇਦ 20 ਗੁਣਾ ਮਹਿੰਗੀ ਬਿਜਲੀ ਵੇਚ ਰਹੇ ਹਾਂ ਕਈ ਮੁਲਕਾਂ ਤੋਂ। ਇਸੇ ਖਿੱਤੇ ਦੇ ਜਿਹੜੇ ਮੈਂ ਮੁਲਕ ਗਿਣਵਾਏ ਨੇ, ਪੂਰੀ ਦੁਨੀਆ 'ਚ ਵੀ ਕੋਈ ਖਾਲ ਹੀ ਇੱਕ ਅੱਧਾ ਮੁਲਕ ਹੋਰ ਹੋਏਗਾ ਜਿਹਦੀ ਬਿਜਲੀ ਜਿੱਥੇ ਏਡੀ ਮਹਿੰਗੀ ਬਣਦੀ ਹੋਏਗੀ ਜਾਂ ਇਹੋ ਜਿਹੇ ਬਿੱਲ ਆਉਂਦੇ ਹੋਣਗੇ। ਤੁਹਾਨੂੰ ਅੱਗੇ ਚੱਲ ਕੇ ਦੱਸ ਵੀ ਦਿੰਦੇ, ਜ਼ਰਾ ਸੁਣ ਲਓ। ਬਿਜਲੀ ਦਾ ਯੂਨਿਟ ਬੰਦੇ ਨੇ ਇਸਤੇਮਾਲ ਕੀਤਾ 1, ਕਿੰਨੇ? 1 ਯੂਨਿਟ। ਮੈਂ ਦੋਹਰੇ ਰਿਪੀਟ ਕਰਦਾ, ਕਿੰਨੇ ਯੂਨਿਟ? 1 ਯੂਨਿਟ। ਤੁਸੀਂ ਇੱਕ ਬਲਬ ਵੀ ਬਾਲੋ ਨਾ ਤੇ ਮੇਰਾ ਖਿਆਲ ਹੈ ਵੀ ਉਹ ਵੀ ਮਹੀਨੇ ਦੇ ਵਿੱਚ ਜਿਹੜਾ ਹੈ ਨਾ ਉਹ ਕੋਈ, ਮੈਨੂੰ ਨਹੀਂ ਹੁਣ ਐਗਜ਼ੈਕਟਲੀ ਪਤਾ, ਲੇਕਿਨ 50-100 ਯੂਨਿਟ ਉਹ ਵੀ ਖਾ ਜਾਂਦਾ ਹੋਏਗਾ। ਮਤਲਬ ਤਕਰੀਬਨ ਮੀਟਰ ਬੰਦ ਹੀ ਰਿਹਾ, ਇਸ ਬੰਦੇ ਨੇ ਕੋਈ ਬਿਜਲੀ ਇਸਤੇਮਾਲ ਨਹੀਂ ਕੀਤੀ। 1 ਯੂਨਿਟ ਸਿਰਫ ਉਹਦਾ ਬਿਜਲੀ ਦਾ ਇਸਤੇਮਾਲ ਹੋਇਆ। ਬਿੱਲ ਕਿੰਨਾ ਜੇ? 1 ਯੂਨਿਟ ਦੀ ਕੀਮਤ ਜਿਹੜੇ ਬੰਦੇ ਦਾ 200 ਤੋਂ ਥੱਲੇ ਹੈ ਨਾ, ਜਿਹਨੇ 200 ਨੂੰ ਕ੍ਰਾਸ ਕਰ ਦਿੱਤਾ ਉਹਨੂੰ ਤਾਂ ਫਿਰ ਛੁਰੀ ਫੇਰ ਦਿੰਦੇ ਨੇ ਨਾ। ਜਿਹਨੇ 200 ਤੋਂ ਥੱਲੇ ਬਿਜਲੀ ਇਸਤੇਮਾਲ ਕੀਤੀ ਉਹਨੂੰ 1 ਯੂਨਿਟ ਦਾ 35 ਰੁਪਈਏ ਉਹਦੇ ਕੋਲ ਲੈਂਦੇ ਨੇ। ਕੀਮਤ ਬਿਜਲੀ ਦੀ ਕਿੰਨੀ ਹੋਈ? 35 ਰੁਪਈਏ। ਮੀਟਰ ਦਾ ਰੈਂਟ ਕਿੰਨਾ ਹੈ ਜੀ? 1687 ਰੁਪਈਏ। 1687 ਰੁਪਈਏ ਮੀਟਰ ਦਾ ਰੈਂਟ ਹੈ। ਅੱਛਾ, ਹੁਣ ਤੁਸੀਂ ਕਹਿੰਦੇ ਹੋਵੋਗੇ ਵੀ ਗਿੱਲ ਸਾਹਿਬ ਮੀਟਰ ਦਾ ਰੈਂਟ ਦੇਣਾ ਨਹੀਂ, ਅਗਲਿਆਂ ਦਾ ਮੀਟਰ ਹੈ, ਜਦੋਂ ਚਲਾਉਣ ਡਏ ਨੇ ਤੇ ਉਹਦਾ ਰੈਂਟ ਵੀ ਦੇਣਾ ਨਹੀਂ। ਮੀਟਰ ਦੀ ਕੀਮਤ ਲੈਂਦੇ ਨੇ ਜਿਸ ਵੇਲੇ ਤੁਸੀਂ ਬਿਜਲੀ ਲਵਾਉਂਦੇ ਹੋ। 27 28 30 ਹਜ਼ਾਰ ਰੁਪਈਏ ਦਾ ਡਿਮਾਂਡ ਨੋਟਿਸ ਹੈ ਜਿਹੜਾ ਤੁਸੀਂ ਪੇ ਕਰਦੇ ਹੋ। ਫਿਰ ਸਾਰੀ ਉਮਰ ਉਹਦਾ ਰੈਂਟ ਵੀ ਦਿੰਦੇ ਹੋ ਮੀਟਰ ਦਾ। ਜਿਵੇਂ ਪਾਕਿਸਤਾਨ ਨਾਜ਼ੁਕ ਮੋੜ 'ਚੋਂ ਗੁਜ਼ਰ ਰਿਹਾ ਨਾ, ਜਦੋਂ ਦੇ ਅਸੀਂ ਜੰਮੇ ਉਦੋਂ ਦੇ, ਇਸੇ ਤਰੀਕੇ ਨਾਲ ਜਿਹੜਾ ਮੀਟਰ ਦਾ ਰੈਂਟ ਹੈ ਨਾ ਉਹ ਵੀ ਸਾਨੂੰ ਦੇਣਾ ਪੈਂਦਾ ਹੈ। ਜਿਵੇਂ ਪਾਕਿਸਤਾਨ ਨਾਜ਼ੁਕ ਮੋੜ ਨਹੀਂ ਮੁੱਕਦਾ, ਉਸੇ ਤਰੀਕੇ ਨਾਲ ਮੀਟਰ ਦਾ ਰੈਂਟ ਨਹੀਂ ਮੁੱਕਣਾ। ਤੁਸੀਂ ਮੁੱਕ ਜਾਣਾ ਪਰ ਮੀਟਰ ਦਾ ਰੈਂਟ ਤੁਸੀਂ ਦੇਣਾ ਹੈ। 1687 ਰੁਪਈਏ ਮੀਟਰ ਦਾ ਰੈਂਟ ਹੈ 1 ਯੂਨਿਟ ਵਾਲੇ ਕੋਲੋਂ, ਜਿਹਨੇ ਬਿਜਲੀ 35 ਰੁਪਏ ਦੀ ਵਾਲੀ ਹੈ ਇਹਨਾਂ ਦੇ ਰੇਟ ਦੇ ਉੱਤੇ। ਪ੍ਰਾਈਸ ਐਡਜਸਟਮੈਂਟ ਜਿਹੜੀ ਹੈ, ਕਿਹੜੀ ਪ੍ਰਾਈਸ? 35 ਰੁਪਈਏ ਦੀ ਪ੍ਰਾਈਸ ਐਡਜਸਟਮੈਂਟ ਜਿਹੜੀ ਉਹ 176 ਰੁਪਈਏ। ਕਿੰਨੀ? 176 ਰੁਪਈਏ 50 ਪੈਸੇ। ਅੱਛਾ ਜੀ। FC ਸਰਚਾਰਜ, ਅੱਛਾ ਇਹ ਹੁਣ ਪਤਾ ਨਹੀਂ FC ਕਿਹੜਾ, ਫੈਡਰਲ ਚਾਰਜ ਹੈ ਜਾਂ FC ਚਾਰਜ, ਇੱਕ FC
वो पैरामिलिटरी फोर्स भी है, पता नहीं किहड़ा चार्ज ला रहे हैं, 3 रुपये ते 23 पैसे। अच्छा जी, जनरल सेल्स टैक्स 311 रुपये, 35 रुपये की बिजली के उत्ते जनरल सेल टैक्स 311 रुपये। सुनते जाओ। टैक्स ऑन FPA, ये मैनू नहीं पता किहड़ी शै है, ये 32 रुपये। टोटल बिजली का बिल जिहड़ा वो 2245 रुपये। बिजली कितनी इस्तेमाल की? 1 यूनिट। 1 यूनिट की कीमत कितनी है? 200 तो घट यूनिट वाले बंदे वास्ते 35 रुपीज़, 35 रुपये। बिल उन्होंने आखिर ते कितना भेज रहे हैं? 2245। हुण तुहाडे चों कईयां ने हसना है, गिल साहब कित्थे वेला साडा ज़ाया कर रहे हैं। 2000 रुपये का मतलब है, 2200 रुपये का मतलब है $7। 2200 रुपये का मतलब है $7। तो किहड़ा एडा रौला पाया गिल साहब ने? नहीं, इस तरह नहीं है। ये थोड़ा जिहा तुसीं वेखना ये है भी जिहड़ा बंदा महीने के टोटल 50 तो $60 कमा रहा है, हाँ जी गौर नाल सुननी गल तुसीं, जिहड़ा बंदा महीने दे शायद 50 भी मैं बहुते कहना, लेकिन 40 तो $50 पूरे महीने के कमा रहा है, ਉਹਦੇ ਕੋਲੋਂ अगर $7 ਤੁਸੀਂ बिजली का बिल लै जाना तो उन्हें खाना कित्थों है? ये हुण जिहड़े इसार राणा साहब ने वो दसदे ने भी नून लीग दे 16 IPPs वाले ने और आसिफ अली जरदारी साहब दे भी जिहड़े ने वो 16 IPPs ने अपने, जिहड़े शरीफ खानदान दे 28 ने, मुस्लिम लीग नून दे दूसरे लीडर्स दे 16 ने, आसिफ अली जरदारी साहब दे भी 16 ने और पीपल्स पार्टी के दीगर जिहड़े लीडरान ने उन्होंने 9 IPPs ने। इन्हां ने ये फंदा तुहाडे गल दे विच जाण के पाया कि तुसी 1 यूनिट बिजली इस्तेमाल करो जिहदा 35 रुपये मुल होना चाहिए, उहदा तुसी दिओगे 2245 रुपये। हुण बिजली दे मुल रेट इहो जे तय कीते ने कि बिजली इस्तेमाल करो या ना करो कैपेसिटी पेमेंट देनी पैनी है। वो जिहड़े कारखाने उन्हां लाए, ये कारखानिਆਂ ਦੇ कॉन्ट्रैक्ट किन्हां कीते सन? ये शरीफ खानदान ने ते पीपल्स पार्टी की हुकूमत ने, दोवां ने। ज़्यादा इन्हां चों शरीफ खानदान ने कीते ने। शुरू काम पीपल्स पार्टी ने कीता सी, लेकिन उन्होंने ये विच अमाउंट घट रखी सी, मतलब कि उन्होंने जिहड़े मुआहदे कीते थोड़े जे घट सन और कई मुक भी गए ने। पिछों आके नून लीग ने फिर जिहड़ी दौर पाई वो तो इहो जी पाई भी लाकी तोड़ दिता पाकिस्तान का। और उस वेले इल्ज़ामात ये लगे कि किकबैक्स ले गए उन्होंने सारिया कंपनियां को जिन्होंने ये मुआहदे दिते, अपने 20 IPPs लाए और उत्थों दोवां हत्थां नाल पैसे इकट्ठे कर रहे हैं। आख्या जा रहा है कि शहबाज शरीफ साहब के पुत्र सलमान शहबाज नूं पिछले 2 सालों के पता नहीं 3 या 4 सालों 25 अरब रुपया सिर्फ कैपेसिटी पेमेंट्स के अदा हो गया, जिहड़ा IPP उन्होंने लाया है। एक पासे ये तुहाडे लीडर बनते हैं, दूसरे पासे तुहाडे जिसम चों खून कढ़ते हैं। इस तरह के मनसूबे ला के जिहड़े इन्हां दे खानदान नूं फायदा दिंदे ने। ये जदों कहिंदे ना साडे सीने 'च कौम का बड़ा दर्द है, असीं जमहूरीयत लई कुर्बानियां दित्तियां, असीं जेलां कट्टियां, असीं आह कीते। अगर तो जेल किसी ने कट्टी है और मुल्क नूं खाधा नहीं, फिर तो चलो वो गल सुणावे, तुसीं तो मुल वसूल करते हो। हुण मैनूं ये दसो ना कि शहबाज शरीफ साहब के उत्ते हज़ारां अरब रुपया मनी लॉन्ड्रिंग का मुकदमे सन कि इत्थों पैसे लैके बाहर कढ़ लए ने इन्हां ने। हुण किसी पाकिस्तानी नूं भी कहो भी तुसीं 4 महीने जेल रह लो, तुहाडा 1000 अरब जिहड़ा माफ़ कर देंगे। इत्थे मैं ना 4 महीने बंदे 40 साल अंदर रहण नूं तैयार हो जाणगे कि इन्ना पैसा अगर साडा माफ़ कर दिओ। इन्हां दीयां ईदां ने, इन्हां दीयां दिहाड़ियां ने, इन्हां नूं जेल घल्लो तद भी, इन्हां नूं जेल तो बाहर घल्लो, इन्हां दा तो एक ही हल है। वो हल है भी इन्हां दे कोलों ये पैसा वापस लवो किसी तरीके नाल, फंड दा इन्हां नूं कोई फायदा नहीं। इन्हां नूं जेलां 'च पाउंदे हो, ये इंज विकट्रियां इंज करके बाहर कढ़दे ने। जिहड़ा बंदा असल ईमानदार हुंदा उहनूं जेल 'च पाउंदे हो। जाहिर है वो कहंदा मेरे नाल सियासी पोलीटिकल विक्टिमाइजेशन हो रही है। ये चोर ने, हुण भी दोवां हत्थां नाल इकट्ठा कर रहे हैं माल। इन्हां नूं जेलां 'च पाउंदे होए भी उही गल कहिंदे ने साडे नाल सियासी इंतकाम हो रहा। इन्हों और पीपल्स पार्टी को क्योंकि पता है कि अपोजिशन किते ना किते जेल जाना होंदा, वो दब के माल इकट्ठा करते हैं कि जेल तो जाना ही है। तो जिस वेले जेल च पहुँचगे उस वेले कहांगे सियासी इंतकाम लै रहे हैं, पैसा तो इकट्ठा करो ना। ये असल तो काम नून अपना PTI के कई दोस्तां ना इमरान खान साहब समेत खराब होया भी ना लुटिया तो जेलां भी कट्टनियां पईयां, वो भी ज़्यादा सख्त। मतलब लुटिया भी कोई ना, जिहड़ा अच्छा काम किया नहीं लुटना चाहिए, अगों भी नहीं लुटना चाहिए। लेकिन सिर्फ मैं ये दसन दिया भी ये तो लुट के जेलां जाते हैं ना। PTI के बहुत सारे लोगों नाल धराए होया भी वो लुट भी ना सके या उन्हें लुटिया भी ना, तो उन्होंने जेलां भी सख्त कट्टनियां जिहड़ियां वो पै गई। बाहर लगे चलने ये खबर तो हो गई। हुण अगली खबर तुहाडे सामने रखते हैं। जिहड़े साडे तुहानूं पता दानिशवर ने बड़े वड्डे लईए दे वो लैजेंड किस्म के सहाफ़ी ने लईए तो
ਰਊਫ ਕਲਾਸਰਾ ਸਾਹਿਬ, ਉਹਨਾਂ ਕਿਹਾ ਵੀ ਤੇਲ ਦੀਆਂ ਕੀਮਤਾਂ ਵਧਣ ਨਾਲ ਆਵਾਮ ਤੇ ਕੋਈ ਫਰਕ ਨਹੀਂ ਪਿਆ, ਲੋਕੀ ਸੜਕਾਂ ਤੇ ਉਸੇ ਤਰ੍ਹਾਂ ਹੀ ਚੱਲ ਫਿਰ ਰਹੇ ਨੇ, ਗੱਡੀਆਂ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ, ਤੇ ਉਹਨਾਂ ਨੇ ਕਿਹਾ ਉਹਦੇ ਤੇ ਕੋਈ ਫਰਕ ਨਹੀਂ ਪਿਆ। ਅੱਛਾ, ਅਕਸਰ ਕਦੀ ਅਮਰੀਕਾ ਤੋਂ ਵੀ ਲੋਕੀ ਜਾਂਦੇ ਨੇ ਪਾਕਿਸਤਾਨ ਤੇ ਇਹੀ ਕਹਿੰਦੇ ਨੇ ਕਿ ਉੱਥੇ ਕਿਸੇ ਨੂੰ ਕੋਈ ਫਰਕ ਨਹੀਂ ਹੈ, ਉੱਥੇ ਜਾਓ ਤੇ ਰੈਸਟੋਰੈਂਟ ਭਰੇ ਨੇ, ਬੰਦੇ ਤੇ ਬੰਦਾ ਚੜ੍ਹਿਆ, ਉੱਥੇ ਕਿਸੇ ਨੂੰ ਕੋਈ ਐਮ ਆਲਮ ਤੇ ਜਾਓ ਤੇ ਲੋਕੀ ਜਿਹੜੇ ਉਹ 2-2 4-4 ਲੱਖ ਦਾ ਜਾਂ ਲੱਖ 1.5 2-2 ਲੱਖ ਦਾ ਉੱਥੇ ਸੂਟ ਖਰੀਦ ਰਹੇ ਨੇ ਤੇ ਲੋਕਾਂ ਨੂੰ ਕੋਈ ਪਰਵਾਹ ਨਹੀਂ। ਅੱਛਾ, ਇਹ ਥੋੜ੍ਹਾ ਜਿਹਾ ਲੋਕਾਂ ਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਮੈਂ ਤੁਹਾਨੂੰ ਮਿਸਾਲ ਦਿੰਦਾ, ਜਿਹੜੇ ਵੀ ਬੰਦੇ ਇਸ ਗੱਲ ਨੂੰ ਸਮਝ ਸਕਣ, ਗੌਰ ਨਾਲ ਤੁਸੀਂ ਇਸ ਗੱਲ ਨੂੰ ਸਮਝਣਾ ਹੈ। ਇਹ ਗੁੱਜਰ ਖਾਨ ਇੱਕ ਛੋਟਾ ਜਿਹਾ ਕਸਬਾ ਹੈ ਪਿੰਡੀ ਤੋਂ ਪਹਿਲੇ। ਇਸੇ ਤਰੀਕੇ ਨਾਲ ਇੱਕ ਗੁੱਜਰ ਖਾਨ ਤੋਂ ਥੋੜ੍ਹਾ ਵੱਡਾ ਹੋਏਗਾ ਗੋਜਰਾ ਤਹਿਸੀਲ ਹੈ ਟੋਬਾ ਟੇਕ ਸਿੰਘ ਦੀ। ਇਹ ਮੈਂ ਤੁਹਾਨੂੰ ਛੋਟੇ ਛੋਟੇ ਸ਼ਹਿਰ ਦੱਸਣ ਲੱਗਾ। ਇਸੇ ਤਰ੍ਹਾਂ ਚੀਚਾਵਤਨੀ ਇੱਕ ਤਹਿਸੀਲ ਹੈ। ਇਹ ਜਿਹੜਾ ਚੀਚਾਵਤਨੀ ਜਿੱਡਾ ਸ਼ਹਿਰ ਹੈ ਨਾ ਅਮਰੀਕਾ ਦੇ ਵਿੱਚ, ਉਸ ਸ਼ਹਿਰ ਦੇ ਵਿੱਚ ਚੀਚਾਵਤਨੀ ਜਿੱਡੇ ਸ਼ਹਿਰ ਦੇ ਵਿੱਚ ਘੱਟ ਤੋਂ ਘੱਟ ਜਿਸ ਤਰ੍ਹਾਂ ਦਾ PC ਲਾਹੌਰ ਹੈ, ਇਸ ਤਰ੍ਹਾਂ ਦੇ ਕਮ ਅਜ਼ ਕਮ 10-12 ਹੋਟਲ ਹੁੰਦੇ ਨੇ ਚੀਚਾਵਤਨੀ ਵਾਲੇ ਜਿੱਡੇ ਸ਼ਹਿਰ ਦੇ ਵਿੱਚ। ਇਹ ਗੱਲ ਨੂੰ ਤੁਸੀਂ ਗੌਰ ਨਾਲ ਸਮਝਣਾ ਹੈ। ਅਮਰੀਕਾ ਦੀ ਜਿਹੜੀ ਆਬਾਦੀ ਹੈ ਉਹ ਤਕਰੀਬਨ ਪਾਕਿਸਤਾਨ ਤੋਂ ਦੁੱਗਣੀ ਹੈ, ਤਕਰੀਬਨ, ਮਤਲਬ ਐਗਜ਼ੈਕਟ ਦੁੱਗਣੀ ਨਹੀਂ, ਦੁੱਗਣੀ ਤੋਂ ਥੋੜੀ ਜਿਹੀ ਘੱਟ ਹੋਏਗੀ, ਲੇਕਿਨ ਤਕਰੀਬਨ ਪਾਕਿਸਤਾਨ ਤੋਂ ਦੁੱਗਣੀ ਹੈ। ਔਰ ਅਮਰੀਕਾ ਦੀ ਕੋਈ, ਮੇਰਾ ਖਿਆਲ ਅਗਰ ਮੈਂ ਗਲਤ ਨਹੀਂ ਤਾਂ ਕੋਈ 44 ਕਰੋੜ ਦੇ ਕਰੀਬ ਆਬਾਦੀ ਹੋਏਗੀ, 40 ਤੋਂ 44 ਕਰੋੜ ਦੇ ਕਰੀਬ। ਪਾਕਿਸਤਾਨ ਦੀ ਕੋਈ 25, 26, 28 ਕਰੋੜ ਹੈ, ਤੇ ਤਕਰੀਬਨ ਡਬਲ ਉਹਨੂੰ ਕਹਿ ਲਓ। ਹੁਣ ਮੈਂ ਤੁਹਾਨੂੰ ਇਹ ਦੱਸਿਆ ਵੀ ਅਮਰੀਕਾ ਦੇ ਵਿੱਚ ਸਿਰਫ 2 ਬ੍ਰਾਂਡ ਜਿਹੜੇ ਨੇ, ਸਿਰਫ ਮੈਂ ਤੁਹਾਨੂੰ 2 ਬ੍ਰਾਂਡ ਦੱਸਣ ਲੱਗਾ, 2 ਮਾਰਕੇ ਜਿਹੜੇ ਨੇ, ਇੱਕ ਹਿਲਟਨ ਤੇ ਦੂਸਰਾ ਮੈਰੀਅਟ। ਹਿਲਟਨ ਦੇ 6400 ਹੋਟਲ ਨੇ ਅਮਰੀਕਾ ਦੇ ਵਿੱਚ, ਔਰ ਮੈਰੀਅਟ ਦੇ 6200 ਨੇ। ਹਜੇ ਹੌਲੀਡੇ ਇਨ ਔਰ ਪ੍ਰਾਈਵੇਟ ਹੋਟਲਸ ਔਰ ਹੋਰ ਬਹੁਤ ਸਾਰੇ ਮਾਰਕੇ ਜਿਹੜੇ ਨੇ ਉਹ ਅਲੱਗ ਨੇ ਗਰੁੱਪ। ਇਹ ਮੈਂ 2 ਗਰੁੱਪਸ ਦੇ ਤੁਹਾਨੂੰ ਦੱਸ ਰਿਹਾ। ਇਹ ਤਕਰੀਬਨ 13000 ਹੋਟਲ ਜਿਹੜੇ ਨੇ ਇਹਨਾਂ 2 ਗਰੁੱਪਸ ਦੇ ਨੇ। ਹੁਣ ਤੁਸੀਂ ਗੌਰ ਕਰਨੀ ਇਸ ਗੱਲ ਨੂੰ। ਔਰ ਇਹਨਾਂ ਦੇ ਵਿੱਚੋਂ ਕੋਈ ਹੋਟਲ ਵੀ ਐਸਾ ਨਹੀਂ ਹੈ ਜਿਹੜਾ ਜਿਸ ਤਰ੍ਹਾਂ ਉੱਥੇ ਇਸਲਾਮਾਬਾਦ ਦੇ ਵਿੱਚ ਜਿਹੜੇ 2 ਸਟਾਰ ਤੋਂ ਥੱਲੇ ਇਹਨਾਂ ਦੇ ਵਿੱਚ ਕੋਈ ਹੋਟਲ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਇਹ ਜਿਹੜੇ ਦੋਨੋਂ ਮਾਰਕੇ ਤੁਹਾਨੂੰ ਦੱਸੇ ਨੇ, ਕਮ ਅਜ਼ ਕਮ ਵੈਸੇ ਤਾਂ ਮੇਰਾ ਖਿਆਲ ਇਹਨਾਂ ਦਾ 2 ਸਟਾਰ ਵੀ ਕੋਈ ਨਹੀਂ ਹੈ, 3 ਸਟਾਰ ਬਣਾਉਂਦੇ ਨੇ ਮਿਨੀਮਮ, ਲੇਕਿਨ ਚਲੋ ਕੋਈ 2 ਸਟਾਰ ਵੀ ਲਾ ਲਓ। ਤੇ ਜਿਸ ਤਰ੍ਹਾਂ ਦੇ ਹੋਟਲ ਹੈ ਨਾ, ਮਤਲਬ ਜਿਹੜੇ ਮਹਿੰਗੇ ਨੇ ਔਰ ਵੱਡੇ ਹੋਟਲ ਨੇ ਇਹਨਾਂ ਦੇ 7 ਸਟਾਰਸ, ਉਹ ਜਿਹਾ ਤਾਂ ਪਾਕਿਸਤਾਨ 'ਚ ਕੋਈ ਵੀ ਨਹੀਂ, 5 ਸਟਾਰ ਵੀ ਸ਼ਾਇਦ ਕੋਈ ਨਹੀਂ। ਲੇਕਿਨ ਚਲੋ ਮੰਨ ਵੀ ਲਓ 1 ਮਿੰਟ ਵਾਸਤੇ, ਤੇ ਤੁਸੀਂ ਸਿਰਫ ਇਹ ਸਮਝ ਲਓ ਕਿ ਚੀਚਾਵਤਨੀ ਅਰਗਾ, ਗੁੱਜਰ ਖਾਨ ਅਰਗਾ, ਗੋਜਰੇ ਅਰਗਾ, ਜਾਂ ਕੋਈ ਹੋਰ ਛੋਟਾ ਜਿਹਾ ਹੋਰ ਕਿਸੇ ਇਲਾਕੇ ਦਾ ਸ਼ਹਿਰ ਲੈ ਲਓ, ਉੱਥੇ 10-10, 12-12, 14-14 ਹੋਟਲ ਹੁੰਦੇ ਨੇ ਇੱਕ ਸ਼ਹਿਰ ਦੇ ਵਿੱਚ। ਸਾਡੇ ਇਸਲਾਮਾਬਾਦ ਦੇ ਵਿੱਚ ਕੋਈ 5-6 ਹੋਟਲ ਹੋਣਗੇ ਉਹ ਜਿਹੇ। ਇਹ ਤੁਹਾਨੂੰ ਕਿਉਂ ਗੱਲ ਇਹ ਸਾਰੀ ਦੱਸੀ ਹੈ, ਇਹਦੀ ਵਜ੍ਹਾ ਕੀ ਹੈ ਇਸ ਤਫਸੀਲ ਦੀ? ਇਹਦੀ ਵਜ੍ਹਾ ਇਹ ਹੈ ਕਿ ਪਾਕਿਸਤਾਨ ਦੇ ਵਿੱਚ 25 ਕਰੋੜ ਆਬਾਦੀ ਦੇ ਵਿੱਚੋਂ ਕੋਈ 1-1.5 ਕਰੋੜ ਬੰਦਾ, 1 ਕਰੋੜ ਵੀ ਸ਼ਾਇਦ ਨਹੀਂ, ਕੋਈ 20, 30, 40 ਲੱਖ ਬੰਦਾ ਜਿਹੜਾ ਹੋਏਗਾ ਉਹ ਸਾਬੇ ਹਸੀਅਤ ਹੈ, ਜਿਨ੍ਹਾਂ ਦੇ ਕੋਲ ਪੈਸੇ ਨੇ, ਜਿਨ੍ਹਾਂ ਲੁੱਟਮਾਰ 50 ਲੱਖ ਕਰ ਲਓ, ਜਿਨ੍ਹਾਂ ਲੁੱਟਮਾਰ ਕੀਤੀ ਹੋਈ ਔਰ ਤਬਾਹੀ ਮਚਾਈ ਹੈ। ਹੁਣ ਉਹਨਾਂ ਵਾਸਤੇ ਜਿਹੜੀ ਅਵੇਲੇਬਿਲਿਟੀ ਹੈ ਨਾ ਚੀਜ਼ਾਂ ਦੀ, ਉਹ ਬਹੁਤ ਘੱਟ ਹੈ। ਮਤਲਬ ਪਾਕਿਸਤਾਨ ਦੇ ਵਿੱਚ ਜਿੰਨੇ ਮੈਕਡੋਨਲਡ ਨੇ ਨਾ, ਉਹਨੇ ਇੱਕ GT ਰੋਡ ਤਰ੍ਹਾਂ ਦਾ ਜਿਹੜਾ ਅਮਰੀਕਾ ਤੇ ਰੋਡ ਹੋਣਾ ਨਾ 200-300 ਕਿਲੋਮੀਟਰ ਦਾ, ਉਸ ਰੋਡ ਤੇ ਉਹਨੇ ਮੈਕਡੋਨਲਡ ਹੋਣੇ ਨੇ ਜਿੰਨੇ ਪੂਰੇ ਪਾਕਿਸਤਾਨ ਦੇ ਵਿੱਚ ਨੇ। ਅਗਰ ਪੂਰੇ ਪਾਕਿਸਤਾਨ 'ਚ ਮੈਂ ਸਿਰਫ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਕਿ 40 ਜਾਂ 50 ਮੈਕਡੋਨਲਡ ਨੇ ਨਾ, ਤੇ ਅਮਰੀਕਾ 'ਚ ਸ਼ਾਇਦ ਅਗਰ ਮੈਂ ਗਲਤ ਨਹੀਂ ਤਾਂ ਕੋਈ 20, 30, 40 ਹਜ਼ਾਰ ਮੈਕਡੋਨਲਡ ਹੋਏਗਾ। ਉਹ ਕਿਉਂਕਿ ਜਗ੍ਹਾ ਥੋੜ੍ਹੀ ਜਿਹੀ ਹੈ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ। ਸਾਨੂੰ ਇਮਾਰਤ ਕਿੱਥੇ ਨਜ਼ਰ ਆਉਂਦੀ ਹੈ? ਲਾਹੌਰ, ਇਸਲਾਮਾਬਾਦ, ਕਰਾਚੀ, ਇਹ 3 ਹੀ ਜਗ੍ਹਾ ਨੇ। ਇਹਨਾਂ 3 ਜਗ੍ਹਾ 'ਚ ਉਹ ਜਿਹੜੀ ਤੁਹਾਨੂੰ ਇਮਾਰਤ ਨਜ਼ਰ ਆ ਰਹੀ ਹੈ, ਜਿਹੜੀ ਤੁਹਾਨੂੰ ਲੋਕੀ ਸਾਬੇ ਹਸੀਅਤ ਨਜ਼ਰ ਆ ਰਹੇ ਨੇ, ਉਹ ਵੀ ਜਿਹੜੇ ਉਹਨਾਂ ਦੇ ਮਾਡਰਨ ਔਰ ਤਗੜੇ ਇਲਾਕੇ ਨੇ ਉੱਥੋਂ ਦੇ ਨੇ। ਕਿੰਨੇ ਲੋਕ ਨੇ? 2-3 ਲੱਖ ਬੰਦਾ ਲਾਹੌਰ 'ਚ ਹੋਏਗਾ ਇਹੋ ਜਿਹਾ, ਇੰਨਾ ਵੀ ਨਹੀਂ ਹੋਏਗਾ, ਲੇਕਿਨ ਲਾ ਲਓ। ਇਸੇ ਤਰ੍ਹਾਂ ਇਸਲਾਮਾਬਾਦ, ਇਸੇ ਤਰ੍ਹਾਂ ਕੋਈ 10, 12, 15 ਲੱਖ ਬੰਦਾ ਹੋਏਗਾ ਜਿਹੜਾ ਤੁਹਾਨੂੰ ਗੱਡੀਆਂ ਚਲਾਉਂਦਾ ਨਜ਼ਰ ਆਉਂਦਾ ਹੈ, ਰੈਸਟੋਰੈਂਟਾਂ 'ਚ ਨਜ਼ਰ ਆਉਂਦਾ। ਕਿਉਂਕਿ ਮੈਂ ਦੁਬਾਰਾ ਰਿਪੀਟ ਕਰ ਰਿਹਾ ਬਾਰੀਕ ਗੱਲ, ਕਿ ਕਿਉਂਕਿ ਨੰਬਰ ਬਹੁਤ ਘੱਟ ਹੈ। ਤੁਹਾਨੂੰ ਲੱਗਦਾ ਤੁਹਾਡਾ ਨੰਬਰ ਬਹੁਤ ਵੱਡਾ ਹੈ। ਲਾਹੌਰ ਦੇ ਵਿੱਚ ਕਿੰਨੇ ਚੰਗੇ ਹੋਟਲ ਨੇ, ਕਿੰਨੇ ਚੰਗੇ ਰੈਸਟੋਰੈਂਟ ਨੇ, ਉਂਗਲੀਆਂ ਤੇ ਗਿਣ ਲੈਣੇ ਨਾ ਤੁਸੀਂ, 10, 20, 30, 40, 50 ਹੋਣਗੇ। ਮੈਂ ਤੁਹਾਨੂੰ ਦੱਸਿਆ ਵੀ ਅਮਰੀਕਾ ਇੱਕ ਸੜਕ ਦੇ ਉੱਤੇ ਇੰਨੇ ਹੋਣੇ ਨੇ। ਉਹ ਇਸ ਵਾਸਤੇ ਉੱਥੇ ਉਹ ਥੋੜ੍ਹੀਆਂ ਜਿਹੀਆਂ ਹੀ ਜਗ੍ਹਾ ਨੇ, ਉਹ ਥੋੜ੍ਹੇ ਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਮਾਲ ਪਾਣੀ, ਕਿਸੇ ਨੇ ਰਿਸ਼ਵਤ 'ਚ ਲਿਆ, ਕਿਸੇ ਨੇ ਮਿਹਨਤ ਕਰਕੇ ਲਿਆ, ਕਿਸੇ ਨੇ, ਮਤਲਬ ਹਰ ਤਰ੍ਹਾਂ ਦੇ ਲੋਕ ਨੇ। ਉਹ ਉੱਥੇ ਕੁਰਬਲ ਕਰਦੇ ਫਿਰਦੇ ਨੇ। ਜਿਹੜੇ ਬੰਦੇ ਬਾਹਰੋਂ ਜਾਂਦੇ ਨੇ ਪਰੇਸ਼ਾਨ ਹੋ ਜਾਂਦੇ, ਬੜਾ ਪੈਸਾ ਹੈ ਇੱਥੇ ਤੇ ਲੋਕਾਂ ਨੇ ਲੁੱਟ ਮਚਾਈ। ਉਹ ਇੱਕ ਛੋਟਾ ਜਿਹਾ ਤਬਕਾ, ਕਦੀ ਪਿੰਡਾਂ 'ਚ ਜਾ ਕੇ ਵੇਖੋ,
ਲੋਕੀ ਦਵਾਈ ਤੋਂ ਤਰਸੇ ਨੇ, ਲੋਕੀ ਪੂਰੀ ਰੋਟੀ ਖਾਣ ਤੋਂ ਤਰਸੇ ਨੇ। ਗੁਰਬਤ ਦਾ ਆਲਮ ਦੇਖੋ ਵੀ ਲੋਕਾਂ ਦੇ ਕੋਲ ਕਿਰਾਇਆ ਨਹੀਂ ਹੈ ਡਾਕਟਰ ਦੇ ਕੋਲ ਜਾਣ ਦਾ। ਇਹ ਤੁਸੀਂ ਲੋਕ ਉੱਥੇ ਵੇਖ ਕੇ ਉਹ ਜਿਹੜੇ 2-4 ਸੜਕਾਂ ਨੇ ਉਹ ਵੇਖ ਕੇ ਵਾਪਸ ਆ ਜਾਂਦੇ ਤਾਂ ਕਹਿੰਦੇ ਉੱਥੇ ਜਨਾਬ ਬੜੀ, ਉੱਥੇ ਤੇ ਜਨਾਬ ਬੜੀ ਤਬਾਹੀ ਹੈ। ਕਾਹਦੀ ਤਬਾਹੀ ਹੈ ਉੱਥੇ? ਤੁਰੋ ਨਾ ਲਾਹੌਰੋਂ ਤੁਰ ਕੇ ਜਾਓ ਨਾ, ਜ਼ਰਾ ਕਿਸੇ ਪਿੰਡਾਂ ਵਾਲੇ ਪਾਸੇ ਨੂੰ ਨਿਕਲ ਜਾਓ, ਕਿਸੇ ਪਾਸੇ ਨੂੰ ਨਿਕਲ ਜਾਓ ਤਾਂ ਉੱਥੇ ਜਾ ਕੇ ਹਸ਼ਰ ਵੇਖ ਲਓ ਲੋਕਾਂ ਦਾ। ਹੱਡੀਆਂ ਨਿਕਲ, ਲੋਕਾਂ ਨੂੰ ਛੱਡੋ, ਪਹਿਲੇ ਮੱਝਾਂ ਠੀਕ ਹੁੰਦੀਆਂ ਸਨ, ਹੁਣ ਮੱਝਾਂ ਤੇ ਗਾਵਾਂ ਵੇਖੋ ਉਹਨਾਂ ਦੀਆਂ ਹੱਡੀਆਂ ਨਿਕਲੀਆਂ ਨੇ, ਕਿਉਂਕਿ ਜ਼ਿਮੀਂਦਾਰ ਦੇ ਕੋਲ ਨਾ ਖਲ ਪਾਉਣ ਨੂੰ ਪੂਰੀ, ਮਤਲਬ ਕਿ ਹਰ ਪਾਸਿਓਂ ਲੋਕੀ ਲੁੱਟੇ ਗਏ ਨੇ, ਮਾਰੇ ਗਏ ਨੇ। ਲੇਕਿਨ ਇਹਨਾਂ ਦਾ ਭਲਾ ਹੋ ਰਿਹਾ, ਇਹਨਾਂ ਨੇ ਤਬਾਹੀ ਮਚਾਈ, ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। IPPs ਦੇ ਵਿੱਚੋਂ ਇਹ ਮੁਨਾਫਾ ਲੈ ਰਹੇ ਨੇ। ਅੱਗੇ ਚੱਲਨੇ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਸ ਵੇਲੇ ਜਿਹੜੀ ਸੂਰਤ ਹਾਲ ਬਣੀ ਹੈ ਉਹ ਲਾਹੌਰ ਦੇ ਵਿੱਚ ਚੰਦ ਘੰਟਿਆਂ 'ਚ CCD ਨੇ 3 ਮੁਖਤਲਿਫ ਇਲਾਕਿਆਂ 'ਚ ਪੁਲਿਸ ਮੁਕਾਬਲੇ ਕਰਕੇ 6 ਬੰਦੇ ਮਾਰ ਛੱਡੇ ਨੇ, ਕਤਲ ਕਰ ਦਿੱਤੇ ਨੇ। ਤੇ ਪੂਰੇ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 16 ਬੰਦੇ ਜਿਹੜੇ ਨੇ CCD ਨੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ। ਇਹ ਜਨਾਬ ਹੁਣ ਘੰਟੇ ਦੇ ਬੰਦਾ ਸੁੱਟ ਰਹੇ ਨੇ, ਮਤਲਬ ਕਿ ਹਰ ਦਿਨ ਇਹ 15, 16, 20, 25, 10, 12 ਇਹ ਬੰਦੇ ਮਾਰੀ ਜਾ ਰਹੇ ਨੇ ਪੁਲਿਸ ਮੁਕਾਬਲਿਆਂ ਦੇ ਵਿੱਚ। ਇਹ ਡੈਥ ਸਕੁਆਡ ਬਣਾਇਆ ਤੇ ਇਹਨੂੰ CCD ਹੈ, ਲੇਕਿਨ ਇਹ ਮੇਰੇ ਖਿਆਲ ਦੇ ਵਿੱਚ ਤੇ ਇਹਦਾ ਨਾਂ ਸਿੱਧਾ ਡੈਥ ਸਕੁਆਡ ਹੀ ਰੱਖ ਦੇਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਕਤਲ ਕਰੀ ਆ ਰਹੇ ਨੇ। ਇੱਥੇ ਹੁਣ ਇਲਜ਼ਾਮ ਨੇ ਕਿ ਪੈਸੇ ਲੈ ਕੇ ਵੀ ਲੋਕਾਂ ਦੇ ਮੁਖਾਲਫਾਂ ਕੋਲੋਂ ਪੈਸੇ ਲੈ ਕੇ ਲੋਕਾਂ ਨੂੰ ਕਤਲ ਕਰ ਰਹੇ ਨੇ, ਉਹ ਵੀ ਕੰਮ ਵਿੱਚ ਹੋ ਰਿਹਾ। ਫਿਰ ਜੀ ਮਤੀਉੱਲਾ ਜਾਨ ਸਾਹਿਬ ਦੇ ਉੱਤੇ ਬੜੀ ਦੁਨੀਆ ਜ਼ਿੰਦਗੀ ਸਖਤ ਕਰ ਦਿੱਤੀ ਇਹਨਾਂ ਨੇ। ਉਸ ਗਰੀਬ ਨੇ ਫੋਰਨ ਜਰਨਲਿਸਟਾਂ ਨੂੰ ਪ੍ਰੈਸ ਕਲੱਬ ਬੁਲਾ ਕੇ ਉਹਨਾਂ ਨੂੰ ਖਾਣਾ ਖਵਾਇਆ, ਉਹਨਾਂ ਨੂੰ ਸਿਰਫ ਇਹ ਦੱਸਿਆ ਵੀ ਇੱਥੇ ਸਾਫੀਆਂ ਦੇ ਉੱਤੇ ਕਿੱਡੀ ਜ਼ੁਲਮ ਹੋ ਰਿਹਾ। ਉਹਦੀ ਨੌਕਰੀ ਵੀ ਫਾਰਿਗ ਕਰਾ ਦਿੱਤਾ ਉਹਨੂੰ, ਔਰ ਨਾਲ ਇਹ ਵੀ ਕਹਿੰਦੇ ਨੇ ਕਿ ਇਹਦੀ ਹੁਣ ਪ੍ਰੈਸ ਕਲੱਬ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਵੀ ਖਤਮ ਕਰਨੀ। ਵਜ੍ਹਾ ਕੀ? ਉਹ ਸੱਚ ਬੋਲ ਬੈਠਾ ਲੋਕਾਂ ਦੇ ਸਾਹਮਣੇ। ਅਗਲੀ ਖਬਰ ਲੈ ਲਓ, ਇਹ ਜਨਾਬ ਜੰਡ, ਇਹ ਮੇਰਾ ਖਿਆਲ ਉੱਥੇ ਅਟਕ ਦਾ ਲਾਗੇ ਇਲਾਕਾ ਹੈ। ਉੱਥੇ ਜਨਾਬ ਤਾਲਬਾ ਦਾ ਆਜ਼ਾਦ ਹੈ, ਜਰਾ ਸਕਰੀਨ ਤੇ ਦੇਖ ਲਓ ਤਾਲਬਾ ਦਾ ਆਜ਼ਾਦ। ਉਹ ਕਹਿੰਦੇ ਨੇ ਕਿ ਮਰੀਮ ਫਾਤਮਾ ਨੇ, ਇਹ ਪਲੇ ਗਰੁੱਪ ਦੇ ਵਿੱਚ ਬੱਚੀ ਜਿਹੜੀ ਉਹ ਪਾਸ ਹੋਈ ਹੈ। ਨੁਮਾਇੰਦਾ ਖੁਸੂਸੀ ਜਿਹੜਾ ਅਖਬਾਰ ਦਾ, ਉਹਨੇ ਖਬਰ ਕੀ ਲਿਖੀ ਹੈ ਜ਼ਰਾ ਸੁਣ ਲਓ। ਉਹ ਕਹਿੰਦੇ ਨੇ ਮਰੀਮ ਫਾਤਮਾ ਨੇ ਪਲੇ ਗਰੁੱਪ ਦੇ ਵਿੱਚ ਅਵਲ ਪੋਜੀਸ਼ਨ ਹਾਸਲ ਕੀਤੀ ਹੈ। ਉਹ ਮੁਸਤਨਸਰ ਹੁਸੈਨ ਤਾਰਕ ਸਾਹਿਬ ਦੀ ਸਾਹਿਬਜ਼ਾਦੀ ਹੈ, ਦੁਖਤਰ ਹੈ। ਡਾਕਟਰ ਸ਼ਾਹ ਅਬਦੁੱਲਾ ਗਿਲਾਨੀ ਦੀ ਭਾਣਜੀ ਹੈ ਔਰ ਸਾਹਿਬਜ਼ਾਦਾ ਤਾਰਕ ਮਹਿਮੂਦ ਜਵੇਦ ਦੀ ਪੋਤੀ ਹੈ। ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੀ ਕਾਮਯਾਬੀ 'ਚ ਉਹਨਾਂ ਦੀ ਭੈਣ ਆਇਸ਼ਾ ਗਿਲਾਨੀ ਦੀ ਕਾਵਿਸ਼ਾਂ ਸ਼ਾਮਿਲ ਨੇ। ਇਹ ਹੁਣ ਇੱਕ ਪਲੇ ਗਰੁੱਪ ਦੀ ਬੱਚੀ ਕਹਿ ਰਹੀ ਹੈ, ਇਹ ਅਜੇ ਨਰਸਰੀ ਦੀ ਨਹੀਂ ਹੈ ਬੱਚੀ, ਇਹ ਪਲੇ ਗਰੁੱਪ ਦੀ ਬੱਚੀ ਜਿਹੜੀ ਹੈ ਉਹਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਜ਼ਰਾ ਗੱਲ ਸੁਣੋ। ਉਹਨਾਂ ਨੇ ਕਿਹਾ ਜੀ ਕਿ ਮੇਰੀ ਕਾਮਯਾਬੀ 'ਚ ਮੇਰੀ ਭੈਣ ਆਇਸ਼ਾ ਗਿਲਾਨੀ ਦੀਆਂ ਕਾਵਿਸ਼ਾਂ ਨੇ, ਵਾਲਦੈਨ ਦੀਆਂ ਦੁਆਵਾਂ ਨੇ ਤੇ ਅਸਾਤਜ਼ਾ ਦੀ ਮਿਹਨਤ ਸ਼ਾਮਿਲ ਹੈ। ਖੁਸੂਸਨ ਆਪਣੀ ਕਜ਼ਨ ਜਿਨ੍ਹਾਂ ਨੇ ਉਹਨਾਂ ਦੇ ਇਸ ਕੋਰਸ ਦੇ ਵਿੱਚ ਸ਼ਾਮਿਲ ਸਵਾਲਾਤ ਨੂੰ ਆਪਣੀ ਤਖਲੀਕੋ ਐਲ ਨਾਲ ਹੱਲ ਕਰਕੇ ਦਿੱਤਾ, ਉਹਨਾਂ ਲਈ ਵੀ ਉਹ ਸ਼ੁਕਰਗੁਜ਼ਾਰ ਨੇ। ਇਨਸ਼ਾਅੱਲਾ ਮੁਸਤਕਬਲ 'ਚ ਕੰਪਿਊਟਰ ਪ੍ਰੋਗਰਾਮਰ ਬਣਨ ਦਾ ਮੈਂ ਇਰਾਦਾ ਰੱਖਦੀ ਹਾਂ। ਇਹ ਪਲੇ ਗਰੁੱਪ ਦੀ ਬੱਚੀ ਦੱਸ ਰਹੀ ਹੈ। ਸੋਚੋ ਜਿਸ ਦਿਨ ਇਹ ਬੱਚੀ ਨਰਸਰੀ 'ਚੋਂ ਪਾਸ ਹੋਈ ਤਾਂ ਅਖਬਾਰ ਨੇ ਕੀ ਲਿਖਣਾ ਹੈ। ਇਹ ਨਾਮਾ ਨਿਗਾਰ ਸਾਹਿਬ ਨੇ ਆਪਣੀ ਦਿਹਾੜੀ ਤੇ ਸਿੱਧੀ ਕਰ ਲਈ ਹੈ, ਜਿੰਨੇ ਵੀ ਕੀਤੀ ਹੈ। ਇਹ ਸਿਰਫ ਇਹ ਵੇਖ ਲਓ ਵੀ ਜਿਹੜਾ ਤਗੜਾ ਹੈ ਨਾ, ਜਿੱਥੇ ਵੀ ਜਿੰਨਾ ਕੁ ਵੀ ਤਗੜਾ ਹੈ, ਜਿੱਥੇ ਕੋਈ ਜਿੰਨਾ ਕੁ ਵੀ ਤਗੜਾ ਹੈ, ਉਹ ਜਿੱਥੋਂ ਦੀ ਅਸ਼ਰਾਫੀਆ ਹੈ, ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕੁਝ ਨਾ ਸਾਹ ਵੀ ਲੈਣ ਤੇ ਉਹਨਾਂ ਦੀਆਂ ਤਾਰੀਫਾਂ ਨੇ। ਇਹ ਉਹ ਸੂਰਤ ਹਾਲ ਹੈ ਕਿ ਇੱਕ ਪਲੇ ਗਰੁੱਪ ਦੀ ਬੱਚੀ ਜਿਹੜੀ ਉਹਦੇ ਲਈ ਅਖਬਾਰ ਦੇ ਵਿੱਚ, ਮਤਲਬ ਅਜ਼ਰਾ ਤਫੰਨਨ ਅਸੀਂ ਵੀ ਇਹ ਖਬਰ ਰੱਖ ਰਹੇ ਹਾਂ, ਲੇਕਿਨ ਸਿਰਫ ਤੁਹਾਨੂੰ ਦੱਸ ਰਹੇ ਹਾਂ ਵੀ ਸੁਸਾਇਟੀ ਕਿੱਥੇ ਪਹੁੰਚ ਗਈ ਹੈ ਤੇ ਕਿਹੜੇ ਪਾਸੇ ਨੂੰ ਜਾ ਰਹੀ ਹੈ। ਹੁਣ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਜਿਸ ਤਰ੍ਹਾਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਇਹ ਖਬਰ ਇਹੋ ਜਿਹੀ ਹੈ ਕਿ ਅਗਰ ਤੁਸੀਂ ਬੱਚਿਆਂ ਨਾਲ ਬੈਠੇ ਵੇਖ ਰਹੇ ਹੋ ਜਾਂ ਫੈਮਿਲੀ ਨਾਲ, ਤੇ ਇੱਥੇ ਵੀਲੌਗ ਤੁਹਾਡਾ ਸਾਡਾ ਖਤਮ ਹੋਇਆ, ਵੀਲੌਗ ਬੰਦ ਕਰ ਛੱਡੋ। ਅਗਰ ਤੁਸੀਂ ਇਕੱਲੇ ਵੇਖ ਰਹੇ ਹੋ ਤਾਂ ਫਿਰ ਅਗਲਾ ਹਿੱਸਾ ਵੀਲੌਗ ਦਾ ਜਿਹੜਾ ਉਹ ਵੇਖੋ ਇੱਥੋਂ ਤੱਕ, ਵਰਨਾ ਤੁਹਾਡਾ ਮੇਰਾ ਸਾਥ ਹੈ। ਅਗਰ ਫੈਮਿਲੀ ਦੇ ਨਾਲ ਬੈਠੇ ਹੋ, ਅਗਰ ਸਾਡੀਆਂ ਮਾਵਾਂ ਬੱਚੀਆਂ ਉਹ ਵੇਖ ਰਹੇ ਨੇ ਵੀਲੌਗ, ਤੇ ਇੱਥੇ ਵੀਲੌਗ ਨੂੰ ਖਤਮ ਕਰ ਦਿਓ। ਅਗਲੀ ਖਬਰ ਜਿਹੜੀ ਹੈ ਉਹ ਫੈਮਿਲੀ ਨਾਲ ਬਹਿ ਕੇ, ਬੱਚਿਆਂ ਨਾਲ ਬਹਿ ਕੇ ਸੁਣਨ ਵਾਲੀ ਨਹੀਂ। ਖਬਰ ਸੁਣ ਲਓ ਜ਼ਰਾ। ਇਹ ਫਿਰ ਅੱਜ ਸੋਸ਼ਲ ਮੀਡੀਆ 'ਤੇ ਖਬਰ ਆਈ ਹੈ। ਖਬਰ ਇਹ ਹੈ ਕਿ ਮੀਆਂਵਾਲੀ ਦੇ ਵਿੱਚ ਤਾਂ ਤੁਸੀਂ ਸੁਣ ਹੀ ਲਈ ਸੀ ਉਹ ਖਬਰ, ਕਿ ਜਿੱਥੇ ਉਹ ਖਾਤੂਨ ਨੇ 2000 ਰੁਪਇਆ ਜਿਹੜਾ ਕਿ $7 ਬਣਦੇ ਨੇ, ਮਜਬੂਰੀ ਵੇਖੋ ਲੋਕਾਂ ਦੀ, ਇਹ $7 ਇੱਕ ਯੂਨਿਟ ਦੀ ਕੀਮਤ ਲੈ ਰਹੇ ਨੇ। ਤੇ ਕੱਲ ਪਰਸੋਂ ਅਸੀਂ ਉਹਨੂੰ ਦੂਸਰੇ ਰੰਗ 'ਚ ਵੇਖਦੇ ਹਾਂ, ਲੇਕਿਨ ਜ਼ਰਾ ਰੱਬ ਕੋਲੋਂ ਡਰ ਕੇ ਦੂਜੇ ਰੰਗ 'ਚ ਵੀ ਵੇਖੋ ਕਿ ਕੌਣ ਆਪਣਾ ਜਿਸਮ ਜਿਹੜਾ ਉਹ $7 ਤੇ ਵੇਚਦਾ ਜਾ ਕੇ, ਕਿੱਡੀ ਕੁ ਮਜਬੂਰੀ ਹੋਏ। ਮੈਂ ਕਿਸੇ ਨੂੰ ਜਸਟੀਫਾਈ ਨਹੀਂ ਕਰਦਾ, ਮੈਂ ਇੱਥੇ ਕਿਸੇ ਦਾ
ਦਫਾ ਨਹੀਂ ਕਰਨ ਡਿਆ, ਮੈਂ ਕਿਸੇ ਬੁਰੇ ਕੰਮ ਨੂੰ ਜਾਇਜ਼ ਨਹੀਂ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਬੜਾ ਚੰਗਾ ਕੰਮ ਹੈ, ਮੈਂ ਇਹ ਕੋਈ ਗੱਲ ਨਹੀਂ ਕਰ ਰਿਹਾ, ਲੇਕਿਨ ਮੈਂ ਸਿਰਫ ਇਹ ਕਹਿ ਰਿਹਾ ਵੀ ਕਿਸੇ ਦੀ ਮਜਬੂਰੀ ਸੋਚੋ ਇੱਕ ਮਿੰਟ ਵਾਸਤੇ ਕਿ 1 ਯੂਨਿਟ ਦਾ ਜਿਹੜਾ ਬਿੱਲ ਹੈ, ਬਿਜਲੀ ਦੇ 1 ਯੂਨਿਟ ਦਾ ਜਿਹੜਾ ਬਿੱਲ ਲੈ ਰਹੇ ਨੇ, ਉਹਦੇ ਵਾਸਤੇ ਕਿਸੇ ਨੂੰ ਜਿਸਮ ਵੇਚਣਾ ਪੈ ਰਿਹਾ ਹੈ, ਬਲਕਿ ਉਸ ਤੋਂ ਵੀ ਸਸਤਾ। ਇਹ 2270 ਤੇ 70 ਰੁਪਏ ਲੈ ਰਹੇ ਨੇ ਤੇ ਉਹ 2000 ਦਾ ਰੌਲਾ ਸੀ। ਲੇਕਿਨ ਉਹ ਅਸੀਂ ਖਬਰ ਰੱਖੀ ਸੀ ਕਿ FIR ਕਿੱਡੀ ਘਟੀਆ ਦਿੱਤੀ ਗਈ ਸੀ, ਕਿੱਡੀ ਮਾਠੀ ਔਰ ਗੰਦੀ ਜ਼ੁਬਾਨ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਫੋਸ਼ ਨਾਵਲ ਹੈ ਕੋਈ। ਅੱਜ ਦੀ FIR ਉਦੋਂ ਵੀ ਅੱਗੇ ਚਲੀ ਗਈ ਹੈ। ਮੈਂ ਦੁਬਾਰਾ ਕਹਿ ਰਿਹਾ ਵੀ ਇਹ ਜੋ ਵੀ ਇਸ FIR ਦੇ ਵਿੱਚ, ਅਗਰ ਇਹ FIR ਅਸਲ ਹੈ, ਤਾਂ ਮੈਂ ਵਾਰ-ਵਾਰ ਇਹ ਕਹਿ ਰਿਹਾ ਕਿਉਂਕਿ ਹੁਣ ਖਬਰਾਂ ਆਉਂਦੀਆਂ ਨੇ, ਲੋਕੀ ਰਿਪੋਰਟ ਵੀ ਕਰਦੇ ਨੇ, ਸਾਫੀ ਵੀ ਕਰਦੇ ਨੇ, ਫਿਰ ਕਈ ਵਾਰੀ ਕਹਿੰਦੇ ਨੇ ਜੀ AI ਦੀ ਬਣੀ ਹੈ, ਕਈ ਵਾਰੀ ਕਹਿੰਦੇ ਨਹੀਂ। ਹੁਣ ਅਸੀਂ ਛਾਣਬੀਣ ਕੀਤੀ ਹੈ, ਫਿਲਹਾਲ ਤੇ ਠੀਕ ਹੀ ਲੱਗ ਰਹੀ ਹੈ। ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ ਇੱਕ FIR ਨਵੀਂ ਦਰਜ ਕੀਤੀ ਹੈ। ਇਹ ਮੈਂ ਪੂਰੀ ਨਹੀਂ ਪੜ੍ਹ ਕੇ ਤੁਹਾਨੂੰ ਦੱਸਾਂਗਾ ਕਿਉਂਕਿ ਬਹੁਤ ਹੀ ਵਾਹਿਆਤ ਲਿਖੀ ਹੋਈ ਹੈ। ਇਹਦੇ 'ਚ ਖਬਰ ਇਹ ਹੈ ਕਿ ਜੀ ਸ਼ੌਹਰ ਨੇ ਮੈਡੀਸਨ ਖਵਾ ਕੇ ਬੀਵੀ ਦੇ ਨਾਲ ਗੈਰ ਫਿਤਰੀ ਜ਼ਿਆਦਤੀ ਕੀਤੀ ਹੈ। ਬੀਵੀ ਦੀ ਵਾਲਦਾ ਨੇ ਜਿਹੜੀ ਹੈ ਉਹ ਆਪਣੀ ਮਦਈਅਤ 'ਚ ਸ਼ੌਹਰ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਾਇਆ ਹੈ, ਤੇ ਉਸ ਮੁਕੱਦਮੇ ਦੀ ਜਿਹੜੀ ਡਿਟੇਲ ਹੈ ਨਾ FIR ਦੇ ਵਿੱਚ, ਉਹ ਇਹੋ ਜਿਹੀ ਲਿਖੀ ਹੈ ਕਿ ਉਹ ਲਿਖਣ ਵਾਲਿਆਂ ਨੂੰ ਵੀ ਸ਼ਰਮ ਨਹੀਂ ਆਉਣ ਡਈ ਤੇ ਲਿਖਾਉਣ ਵਾਲਿਆਂ ਨੂੰ ਵੀ। ਉਹ ਯਾਰ ਕੋਈ ਹਿਆ ਕਰ ਲਓ, ਕੋਈ ਗੱਲ ਕਰ ਲਓ, ਕੋਈ ਕਰਨ ਵਾਲੀ ਗੱਲ ਕਰ ਲਓ। ਮਤਲਬ ਉਹਦੀ ਕੋਈ FIR ਨੂੰ ਸੀਲ ਕਰ ਲਿਆ ਕਰੋ ਕੋਈ ਲਿਖ ਕੇ, ਤਾਂ ਕਿ ਉਸ ਖਾਤੂਨ ਦੀ ਇੱਜ਼ਤ ਵੀ ਬਰਕਰਾਰ ਰਹੇ, ਮਾਸ਼ਰੇ ਦੀ ਅਖਲਾਕੀਆਤ ਵੀ ਬਰਕਰਾਰ। ਮਤਲਬ ਇੰਨੀ ਫਾਸ਼ੀ FIRਾਂ ਦੇ ਵਿੱਚ ਲਿਖਣੀ ਸ਼ੁਰੂ ਹੋ ਗਏ, ਇੰਝ ਲੱਗਦਾ ਕੋਈ ਫੋਸ਼ ਕਿਸਮ ਦਾ ਨਾਵਲ ਹੈ ਜਿਹੜਾ ਤੁਸੀਂ ਲਿਖਣਾ ਸ਼ੁਰੂ ਹੋ ਗਏ। ਪੁਲਿਸ ਕਿਹੜੇ ਪਾਸੇ ਨੂੰ ਤੁਰ ਪਈ? ਇੱਕ ਪਾਸੇ CCTV ਬੰਦੇ ਮਾਰੀ ਜਾ ਰਹੀ ਹੈ, ਦੂਸਰੇ ਪਾਸੇ ਇੰਨੀਆਂ ਫੋਸ਼ FIRਾਂ ਦੇ ਰਹੇ ਨੇ, ਦੂਜੇ ਪਾਸੇ ਲੋਕੀ ਰੋਂਦੇ ਨੇ ਕਿ ਜਿਨ੍ਹਾਂ ਦੇ ਨਾਲ ਅਸਲ ਜਰਾਇਮ ਹੁੰਦੇ ਨੇ, ਡਾਕੇ, ਕਤਲ, ਉਹਨਾਂ ਦੀਆਂ FIRਾਂ ਨਹੀਂ ਦਿੰਦੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।